ਕਰਦੇ ਇਸ ਸਮੇਂ ਸਾਡੇ ਨਾਲ ਹਰਸ਼ ਰਿਸ਼ੀ ਜੁੜ ਰਹੇ ਨੇ, ਚਸ਼ਮਦੀਨ ਨੇ ਅਤੇ ਲੰਗਰ ਦੇ ਪ੍ਰਬੰਧਕ ਨੇ ਜੋ ਇਸ समय बालटाल ਦੇ ਵਿੱਚ मौजूद ने, पंचकुला ਦੇ रहने वाले ने। हर्ष, सबसे पहले जानना चाहेंगे इस समय आप कैसे हैं और आपके दल के सभी लोग कैसे हैं? हाँ जी, अभी हम सब कुछ सारे ठीक हैं जी। हमारे सभी संस्था के सभी पदाधिकारी ठीक हैं, सभी कार्यकर्ता सेवादार सब ठीक हैं जी। और हम यहाँ पे जो जलजला आया, जो बादल फटा, उसके कारण जो है एक छोटा सा झरना जो था, आमतौर पे रोजमर्रा की तरह एक झरना जो था वो रोज बहता था, मगर आज वो झरना जो है वो एक नदी का रूप धारण कर गया जी। और उस के बहाव में जो भी आता गया वो बहा करके हाथ में लेते जाता गया। हमारी सेवा है, जहाँ पे हम सेवा करते हैं, हमारा सारा सामान जो है वो नदी में बह गया जी। और भगवान भोलेनाथ की कृपा से जो जान का नुकसान है वो नहीं है, माल का नुकसान है, कोई बात नहीं, वो भगवान की कृपा है। मगर प्रशासन का सहयोग है। मुझे लग रहा है इतिहास में पहली बार है कि हेलीकॉप्टर जो है वो अभी आज अंधेरे में रेस्क्यू कर रहा है यात्रियों का। हर्ष जी, ये भी जानना चाहते हैं कि मौजूदा समय इस समय किथे हो? गुफा दे नेड़े हो या उत्थों रेस्क्यू कर लिया? मैं इस वेले बालटाला जी, मेरे ਜਿਹੜੇ ਬੰਦੇ ਸਾਰੇ ਉਹ ਗੁਫਾ ਤੇ ਬੈਠੇ ਆ। ਅਸੀਂ 40 ਬੰਦਿਆਂ ਦਾ ਸਾਡਾ ਟੀਮ ਸੀਗੀ, ਜਿਹੜੀ ਟੀਮ ਉੱਪਰ ਬੈਠੀ ਹੈ ਸਾਡੀ। ਉਹਨਾਂ ਕੋਲੇ ਇਸ ਵੇਲੇ ਕੋਈ ਟੈਂਟ ਨਹੀਂ ਹੈ, ਕੁਛ ਨਹੀਂ ਹੈ, ਉਹ ਵਿਚਾਰੇ ਬਾਹਰ ਬੈਠੇ ਨੇ। ਪਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਰੈਸਕਿਊ ਕਰ ਦਿੱਤਾ ਗਿਆ। ਤੇ ਮੇਰੀ ਹੁਣ ਜਿਹੜੇ ਸਾਡੇ ਇੱਥੋਂ ਦੇ ਅਧਿਕਾਰੀ ਹੈਗੇ, ਉਹਨਾਂ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ। ਉਹਨਾਂ ਨੇ ਸਾਨੂੰ ਕਿਹਾ ਵੀ ਜੋ ਵੀ ਤੁਹਾਨੂੰ ਸੁਵਿਧਾ ਦੀ ਲੋੜ ਹੈਗੀ, ਅਸੀਂ ਤੁਹਾਡੇ ਵਾਸਤੇ ਹਾਜ਼ਰ ਬੈਠੇ। ਹਰ ਜੀ, ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਕਿ ਤੁਹਾਡਾ ਲੰਗਰ ਕਿਹੜੇ ਵਾਲੇ ਪਾਸੇ ਸੀ? ਕਿਉਂਕਿ ਇਸ ਤੋਂ ਪਹਿਲਾਂ ਸਾਡੇ ਨਾਲ ਕੁਝ ਲੋਕ ਜੁੜੇ ਸੀ, ਉਹਨਾਂ ਨੇ ਦੱਸਿਆ ਕਿ ਜਿਹੜੇ ਬਿਲਕੁਲ ਪੌੜੀਆਂ ਦੇ ਨਾਲ ਲੰਗਰ ਨੇ ਉੱਥੇ ਬਹੁਤ ਨੁਕਸਾਨ ਹੋਇਆ ਹੈ। ਸਰ, ਇਹ ਨਾ ਦੋ ਜਗ੍ਹਾ ਦੇ ਉੱਤੇ ਆਇਆ ਜੀ। ਇਹ ਜਿਹੜਾ ਬੱਦਲ ਫਟਿਆ ਨਾ, ਦੋ ਜਗ੍ਹਾ ਦੇ ਉੱਤੇ ਦਾ ਜਲਜਲਾ ਆਇਆ ਹੈ। ਮਤਲਬ ਕਿ ਜਿਹੜਾ ਪਾਣੀ ਦੀ ਜਿਹੜੀ ਐਵਰੇਜ ਆ ਉਹ ਮੇਰੀ ਪੌੜੀਆਂ ਤੋਂ ਪਹਿਲਾਂ ਲੰਗਰ ਹੁਣ ਸੀਗਾ, ਜਿੱਥੇ ਆਮਣੇ ਲੰਗਰ ਲੱਗਦੇ ਨੇ, ਉਹਦੇ ਨਾਲ ਪਾਣੀ ਦਾ ਬਹਾਵ ਜਿਹੜਾ ਸੀ, ਉੱਥੇ ਵੀ ਇੱਕ ਛੋਟਾ ਜਿਹਾ ਮਤਲਬ ਕਿ ਝਰਨਾ ਹੀ ਬਹਿੰਦਾ ਸੀ। ਉਹ ਝਰਨਾ ਵੀ ਜਿਹੜਾ ਹੈਗਾ ਨਦੀ ਦਾ ਰੂਪ ਧਾਰਨ ਕਰ ਗਿਆ। ਇੱਕ ਜਿਹੜਾ ਲੋਅਰ ਕੈਂਪ ਅਸੀਂ ਕਹਿੰਦੇ ਆ ਉਹਨੂੰ, ਲੋਅਰ ਕੈਂਪ ਮਤਲਬ ਕਿ ਹਾਲੀ ਕੇਵ ਤੋਂ ਤਕਰੀਬਨ ਅੱਧਾ ਕਿਲੋਮੀਟਰ ਪਹਿਲਾਂ ਇੱਕ ਲੋਅਰ ਕੈਂਪ ਜਿਹਨੂੰ ਅਸੀਂ ਕਹਿੰਦੇ, ਇੱਕ ਅਪਰ ਕੈਂਪ, ਇੱਕ ਲੋਅਰ ਕੈਂਪ ਹੈ। ਜਿਹੜਾ ਲੋਅਰ ਕੈਂਪ ਹੈਗਾ, ਲੋਅਰ ਕੈਂਪ ਦੇ ਵਿੱਚ ਵੀ ਸਰ ਮਤਲਬ ਕਿ ਪੂਰੇ ਦਾ ਪੂਰਾ ਉੱਥੇ ਇੱਕ ਨਦੀ ਦਾ ਰੂਪ ਧਾਰਨ ਕਰ ਗਿਆ। ਉੱਥੇ ਵੀ ਇਸੇ ਤਰ੍ਹਾਂ ਹੀ ਪਾਣੀ ਸਾਰਾ ਰਸਤੇ 'ਚ ਜੋ ਕੁਝ ਉਹਨੂੰ ਮਿਲਿਆ ਉਹ ਪਾਣੀ ਬਹਾ ਕੇ ਲੈ ਗਿਆ। ਇਹ ਜਿਹੜਾ ਨੁਕਸਾਨ ਹੋਇਆ ਅਪਰ ਕੈਂਪ 'ਚ ਜ਼ਿਆਦਾ ਹੋਇਆ? ਅਪਰ ਕੈਂਪ ਦੇ ਵਿੱਚ ਜ਼ਿਆਦਾ ਕਰਨ ਤਾਂ ਸੀ ਸਰ, ਕਿਉਂਕਿ ਉੱਥੇ ਪਬਲਿਕ ਵੀ ਜ਼ਿਆਦਾ ਖੜਦੀ ਹੈ, ਲੰਗਰ ਵੀ ਜ਼ਿਆਦਾ ਲੱਗਦੇ ਆ, ਟੈਂਟ ਵੀ ਜ਼ਿਆਦਾ ਉੱਥੇ, ਤੇ ਉੱਥੇ ਉਹ ਪੂਰੇ ਦਾ ਪੂਰਾ ਇੱਕ ਬਾਟਲ ਨੈਕ ਹੈ। ਉੱਥੇ ਯਾਤਰੀ ਦਰਸ਼ਨ ਕਰਨ ਵਾਸਤੇ ਲਾਈਨ ਅਪ ਹੁੰਦੇ ਨੇ ਉੱਥੇ ਜੀ। हर्ष जी, एक होर चीज जाननी चाहना कि जो ये पूरा घटनाक्रम उत्थे होया, जो ये जलजला आया, उस समय किन्नी मात्रा दे विच किन्नी वड्डी गिणती च उत्थे लोग मौजूद सी? ਇਹ ਭੋਲੇਨਾਥ ਦੀ ਕਿਰਪਾ ਹੈ ਕਿ ਸ਼ਾਮ ਨੂੰ ਜਿਹੜੇ ਯਾਤਰੀ ਹੈਗੇ ਨੇ ਸਰ ਉਹ ਘਟ ਜਾਂਦੇ ਨੇ, ਕਿਉਂਕਿ ਯਾਤਰਾ ਜਿਹੜੀ ਹੈਗੀ ਸਵੇਰੇ ਹੁੰਦੀ ਹੈ। ਸਵੇਰੇ 4 ਵਜੇ 5 ਵਜੇ ਯਾਤਰੀ ਬਾਲਟਾਲ ਤੋਂ ਚੱਲਦੇ ਨੇ, ਪਹਿਲਗਾਮ ਤੋਂ ਚੱਲ ਕੇ ਗੁਫਾ ਤੇ ਆਉਂਦੇ ਨੇ। 12-1 ਵਜੇ ਤੱਕ ਆਉਂਦੇ ਨੇ, 12-1-1:30 ਵਜੇ ਤੱਕ ਯਾਤਰਾ ਆਉਂਦੀ ਹੈ, ਤੇ 2 ਵਜੇ ਤੋਂ ਬਾਅਦ ਯਾਤਰਾ ਵਾਪਸ ਜਾਣ ਲੱਗ ਜਾਂਦੀ ਹੈ ਜੀ। ਔਰ ਮਤਲਬ ਕਿ ਪ੍ਰਸ਼ਾਸਨ ਦੇ ਕੰਨਿਓ ਵੀ ਇਹੀ ਇੰਸਟਰਕਸ਼ਨਸ ਹੁੰਦੀਆਂ ਨੇ ਕਿ ਜਿਹੜੇ ਵੀ ਯਾਤਰੀਆਂ ਨੇ ਦਰਸ਼ਨ ਕਰ ਲਏ ਉਹ ਬਾਲਟਾਲ ਕੰਨੀ ਜਾਂ ਪਹਿਲਗਾਮ ਕੰਨੀ ਆਪਣੇ ਯਾਤਰੀ ਚਲੇ ਜਾਣ। ਤਾਂ ਉਹ ਇੱਕ ਇਸ ਗੱਲ ਨੂੰ ਬਹੁਤ ਵੱਡੀ ਮਤਲਬ ਕਿ ਭੋਲੇਨਾਥ ਨੇ ਕਿਰਪਾ ਕੀਤੀ ਹੈ ਕਿ ਉੱਥੇ ਜਿਹੜੇ ਯਾਤਰੀਆਂ ਦੀ ਕੁਆਂਟੀਟੀ ਸੀ ਉਹ ਘੱਟ ਸੀ ਉਸ ਵੇਲੇ ਜੀ। ਹਰ ਜੀ, ਜਿਹੜੇ ਤੁਸੀਂ ਦੱਸ ਰਹੇ ਹੋ ਅਪਰ ਕੈਂਪ ਵਾਲੇ ਜਿਹੜੇ ਲੰਗਰ ਸੀ, ਉੱਥੇ ਕਿੰਨੇ ਕੁ ਲੋਕ ਮੌਜੂਦ ਸੀ, ਜੇਕਰ ਦੱਸ ਸਕੋ, ਕੋਈ ਅੰਦਾਜ਼ਾ ਹੋਵੇ? ਕਿਉਂਕਿ ਹੁਣ ਤੱਕ ਸਾਡੇ ਕੋਲ ਜਾਣਕਾਰੀ ਆ ਚੁੱਕੀ ਕਿ 10 ਲੋਕਾਂ ਦੀ ਮੌਤ ਹੋਈ। ਅੰਦਾਜ਼ਾ ਦੇਖੋ ਇਸ ਤਰ੍ਹਾਂ ਹੈਗਾ, ਭੋਲੇਨਾਥ ਦੀ ਕਿਰਪਾ ਦੇ ਨਾਲ, ਉਹ ਦਰਬਾਰ ਆ ਭੋਲੇਨਾਥ ਦਾ, ਉੱਥੇ ਕੋਈ ਯਾਤਰੀ ਘੱਟ ਤਾਂ ਨਹੀਂ ਹੋਣਾ, ਪਰ ਫਿਰ ਵੀ 1000, 2000, 5000 ਦੀ ਕਪੈਸਿਟੀ ਤਾਂ ਮਾਮੂਲੀ ਗੱਲ, ਉੱਥੇ ਯਾਤਰੀ ਹੁੰਦੇ ਹੀ ਹੈ, ਲਾਈਨਾਂ ਦੇ ਵਿੱਚ ਖੜਾ ਹੁੰਦਾ ਹੈ। ਪਰ ਉਹ ਉਹਨੇ ਜਿਹੜਾ ਟਾਈਮ ਦਿੱਤਾ ਆਪਾਂ ਨੂੰ, ਉਹਨੇ ਮਤਲਬ ਕਿ ਇੱਕ ਜਿਵੇਂ ਆਪਾਂ ਕਹਿੰਦੇ ਇੱਕ ਤਾਂ 1 ਮਿੰਟ ਦੇ ਵਿੱਚ ਪਾਣੀ ਆ ਜਾਣਾ, ਇੱਕ ਪਾਣੀ ਹੌਲੀ ਹੌਲੀ ਵੱਧ ਜਾਣਾ। ਉਹ ਪਾਣੀ ਜਿਹੜਾ ਹੈਗਾ ਸੀ ਉਹ ਹੌਲੀ ਹੌਲੀ ਵਧਿਆ। ਉਹ ਲੋਕਾਂ ਨੂੰ ਪ੍ਰਪੇਅਰ ਕਰਤਾ, ਯਾਤਰੀਆਂ ਨੂੰ ਪ੍ਰਪੇਅਰ ਕਰਤਾ ਕਿ ਨਾਲਾ ਹੁਣ ਪਤਾ ਨਹੀਂ ਕਿੱਡਾ ਕੁ ਰੂਪ ਧਾਰਨ ਕਰੂਗਾ। ਤਾਂ ਇਸ ਕਰਕੇ ਲੋਕ ਫਿਰ ਉੱਥੋਂ ਸਾਈਡ ਹੋ ਗਏ, ਉਹਨਾਂ ਨੇ ਆਪਣੀਆਂ ਉਹ ਫੌਜ ਨੇ ਤੇ ਜਿਹੜੇ ਐਕਸਪਰਟ ਲੋਕ ਸੀਗੇ, ਉਹਨਾਂ ਨੇ ਯਾਤਰੀਆਂ ਨੂੰ ਉੱਚੀਆਂ ਥਾਵਾਂ ਤੇ ਲੈ ਗਏ ਜੀ। ਜਿਹੜੀਆਂ ਉੱਚੀਆਂ ਮਤਲਬ ਕਿ ਪਹਾੜੀਆਂ ਨੇ, ਜਿੱਥੋਂ ਉਹ ਆਪਦੇ ਆਪ ਨੂੰ ਸੇਫ ਸਮਝ ਰਹੇ ਸੀ।
ਤਾਂ ਇਸ ਕਰਕੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨੁਕਸਾਨ ਜਾਨੀ ਨੁਕਸਾਨ ਘੱਟ ਹੋਇਆ, ਉਹਦੇ ਨਾਲ ਜਾਨੀ ਨੁਕਸਾਨ ਹੋਣ ਦਾ ਘੱਟ ਅੰਦੇਸ਼ਾ ਹੈ। ਉਹਦੇ ਨਾਲ ਬਹੁਤ ਘੱਟ ਜਿਹੜੀ ਜਾਨੀ ਨੁਕਸਾਨ ਹੋਇਆ, ਕਿਉਂਕਿ ਉਹ ਪ੍ਰਪੇਅਰ ਹੋ ਗਏ ਲੋਕ ਸਾਰੇ ਜਿਹੜੇ ਯਾਤਰੀ ਉੱਥੇ ਖੜੇ ਸੀ, ਤੇ ਉੱਥੋਂ ਦੇ ਲੋਕਲ ਲੋਕਾਂ ਨੇ, ਪ੍ਰਸ਼ਾਸਨ ਦੇ ਅਧਿਕਾਰੀਆਂ ਨੇ, ਫੌਜ ਨੇ, ਰੈਸਕਿਊ ਜਿਹੜੇ ਆਪਰੇਸ਼ਨ ਕਰਦੇ ਨੇ ਉੱਥੇ ਸਾਰਿਆਂ ਨੇ, ਉਹਨਾਂ ਨੇ ਯਾਤਰੀਆਂ ਨੂੰ ਇੱਕ ਐਸੀ ਥਾਂ ਤੇ ਲੈ ਕੇ ਜਿੱਥੇ ਸੇਫ ਏਰੀਆ ਸੀ ਜੀ। ਜੇਕਰ ਇਹ ਜਲਜਲਾ ਇੱਕਦਮ ਆਂਦਾ ਤਾਂ ਕਿਸੇ ਨੂੰ ਪ੍ਰਪੇਅਰ ਹੋਣ ਦਾ ਮੌਕਾ ਨਾ ਮਿਲਦਾ। ਬਿਲਕੁਲ, ਪਰ ਇਹ ਪ੍ਰਪੇਅਰ ਹੋਣ ਦਾ ਮੌਕਾ ਇਸ ਕਰਕੇ ਮਿਲ ਗਿਆ ਕਿ ਉਹ ਜਿਹੜਾ ਜਲਜਲਾ ਸੀ ਉਹ ਮਤਲਬ ਕਿ ਘੱਟੋ ਘੱਟ ਅੱਧੇ ਪੌਣੇ ਘੰਟੇ ਦਾ ਟਾਈਮ ਲਿਆ ਉਹਨੂੰ ਵਧਣ ਦੇ ਵਿੱਚ, ਪਰ ਉਹ ਇਨਫਰਾਸਟ੍ਰਕਚਰ ਤਾਂ ਉਸ ਵੇਲੇ ਆਪਾਂ ਨਹੀਂ ਪੱਟ ਸਕਦੇ ਸੀ। ਉਹ ਤਾਂ ਸਾਰਾ ਸਿਸਟਮ ਉਸ ਤਰ੍ਹਾਂ ਲੱਗਿਆ ਹੋਇਆ ਸੀ। ਥਾਵਾਂ ਤੇ ਚਲੇ ਗਏ। ਅੱਛਾ, ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜੇਕਰ ਤੁਸੀਂ ਦੱਸ ਸਕੋਗੇ ਜਿਹੜੇ ਅਪਰ ਕੈਂਪ ਦੇ ਵਿੱਚ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਜਾਂ ਉੱਥੇ ਜਿਹੜੇ ਲੰਗਰ ਲਗਾਉਂਦੇ ਨੇ ਉਹ ਕਿੱਥੋਂ ਦੇ ਲੰਗਰ ਸੀ, ਜੇਕਰ ਕੋਈ ਤੁਹਾਡੀ ਜਾਣਕਾਰੀ ਦੇ ਵਿੱਚ ਹੋਵੇ। ਉੱਥੇ ਜਿਹੜਾ ਲੰਗਰ ਲੱਗਦਾ ਜੀ, ਇੱਕ ਮਾਨਸਾ ਦਾ ਲੰਗਰ ਲੱਗਦਾ, ਇੱਕ ਕੁਰਾਲੀ ਦਾ ਲੰਗਰ ਲੱਗਦਾ ਜੀ, ਇੱਕ ਦਿੱਲੀ ਦੇ 3 ਲੰਗਰ ਲੱਗਦੇ, ਇੱਕ ਬੁਢਲਾਡਾ ਦਾ ਲੰਗਰ ਲੱਗਦਾ, ਇੱਕ ਅੰਮ੍ਰਿਤਸਰ ਦਾ ਲੰਗਰ ਲੱਗਦਾ ਜੀ। ਥੱਲੜੇ ਪਾਸੇ ਜਿਹੜਾ ਲੋਅਰ ਕੈਂਪ ਹੈਗਾ ਉੱਥੇ ਇੱਕ ਪੰਚਕੂਲੇ ਦਾ ਸਾਡੀ ਸੇਵਾ ਚੱਲਦੀ ਹੈ, ਇੱਕ ਕਰਨਾਲ ਦਾ ਲੰਗਰ ਲੱਗਦਾ, ਬਠਿੰਡੇ ਦਾ ਲੰਗਰ ਲੱਗਦਾ। ਟੋਟਲ 13 ਲੰਗਰ ਨੇ ਜੀ ਜਿਹੜੇ ਗੁਫਾ ਦੇ ਉੱਪਰ ਟੋਟਲ ਅਪਰ ਤੇ ਲੋਅਰ ਕੈਂਪ ਦੇ ਵਿੱਚ ਲੱਗਦੇ। ਠੀਕ ਹੈ, ਸ਼ੁਕਰੀਆ ਸਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਸੁਰੱਖਿਅਤ ਥਾਂ ਦੇ ਉੱਤੇ ਹੋ, ਅਸੀਂ ਦੁਆ ਕਰਦੇ ਹਾਂ ਕਿ ਸਾਰੇ ਲੋਕ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਣ ਔਰ ਇਸ ਸੈਲਾਬ ਦੀ ਵਜ੍ਹਾ ਦੇ ਨਾਲ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹ ਬਹੁਤ ਮੰਦਭਾਗਾ ਹਾਦਸਾ ਜ਼ਰੂਰ ਵਾਪਰਿਆ ਹੈ। ਤਾਂ ਹਰਸ਼ ਰਿਸ਼ੀ ਸਾਡੇ ਨਾਲ ਜੁੜੇ ਹੋਏ ਸਨ ਫੋਨ ਲਾਈਨ ਦੇ ਉੱਤੇ, ਉਹਨਾਂ ਦੇ ਵੱਲੋਂ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਤੇ ਉਹ ਇਸ ਜਾਣਕਾਰੀ ਦੇ ਵਿੱਚ ਦੱਸ ਰਹੇ ਨੇ ਕਿ ਅਪਰ ਕੈਂਪ ਅਤੇ ਲੋਅਰ ਕੈਂਪ ਦੇ ਵਿੱਚ ਜਿਹੜੇ ਲੰਗਰ ਲਗਾਏ ਜਾਂਦੇ ਨੇ। ਮੈਂ ਆਪਣੀ ਟੀਮ ਨੂੰ ਵੀ ਕਹਾਂਗਾ ਕਿ ਜੇਕਰ ਅਸੀਂ ਮਾਨਸਾ ਬੁਢਲਾਡਾ ਦੇ ਜਿਹੜੇ ਉੱਥੇ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ, ਜਿਹੜੇ ਉੱਥੇ ਲੰਗਰ ਦਾ ਪ੍ਰਬੰਧ ਕਰਨ ਦੇ ਲਈ ਪਹੁੰਚੇ ਹੁੰਦੇ ਨੇ, ਉਹ ਮਾਨਸਾ ਵਾਲਿਆਂ ਨਾਲ ਗੱਲਬਾਤ ਹੋ ਸਕੇ, ਕਿਉਂਕਿ ਮਾਨਸਾ ਬੁਢਲਾਡਾ ਸੰਗਰੂਰ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਜਿਹੜੇ ਲੋਕ ਨੇ ਜਿਹੜੀ ਸੇਵਾ ਕਰਨ ਦੇ ਲਈ ਪਹੁੰਚਦੇ ਨੇ ਅਮਰਨਾਥ ਔਰ ਬਿਲਕੁਲ ਗੁਫਾ ਦੇ ਨੇੜੇ ਜਿਹੜਾ ਅਪਰ ਕੈਂਪ ਹੈ ਉਸ ਦੇ ਵਿੱਚ ਉਹ ਲੰਗਰ ਦਾ ਪ੍ਰਬੰਧ ਕਰਦੇ ਨੇ ਸੰਗਤ ਦੇ ਲਈ, ਜਿਹੜੇ ਉੱਥੇ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਦੇ ਲਈ। ਤਾਂ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਉਹਨਾਂ ਦੇ ਨਾਲ ਵੀ ਗੱਲਬਾਤ ਹੋ ਸਕੇ ਤਾਂ ਕਿ ਉਹਨਾਂ ਦੇ ਵੀ ਸੁਰੱਖਿਅਤ ਹੋਣ ਦੀ ਖਬਰ ਜ਼ਰੂਰ ਪਹੁੰਚੇ ਉਹਨਾਂ ਦੇ ਪਰਿਵਾਰਾਂ ਤੱਕ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਰਾਤ ਦੇ ਸਮੇਂ ਵੀ ਹੈਲੀਕਾਪਟਰ ਦੇ ਜ਼ਰੀਏ ਜਿਹੜੇ 에ਅਰਲਿਫਟ ਕਰਕੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਤਾਂ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਸ਼ਾਮ 5:30 ਵਜੇ ਦੇ ਕਰੀਬ ਬੱਦਲ ਫਟਿਆ, ਇਹ ਪੂਰੀ ਘਟਨਾ ਵਾਪਰੀ ਹੈ। ਇੱਕ ਵੱਡੀ ਖਬਰ ਆ ਰਹੀ ਹੈ ਇਸ ਸਮੇਂ ਜਿਹੜੀ ਅਮਰਨਾਥ ਗੁਫਾ ਦੇ ਨਾਲ ਜੁੜੀ ਹੋਈ ਹੈ। ਅਮਰਨਾਥ ਗੁਫਾ ਦੇ ਵਿੱਚ ਰੈਸਕਿਊ ਆਪਰੇਸ਼ਨ ਜਾਰੀ ਹੈ। ਹੋਰ ਅਪਡੇਟ ਅਸੀਂ ਤੁਹਾਨੂੰ ਦਵਾਂਗੇ। ਤੇ ਇਸ ਵਿਚਾਲੇ ਪ੍ਰਧਾਨ ਮੰਤਰੀ ਨੇ ਦੁੱਖ ਜਤਾਇਆ ਜੀ। ਅਮਰਨਾਥ ਗੁਫਾ ਦੇ ਨੇੜੇ ਹਾਦਸੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਟਵੀਟ ਕੀਤਾ, ਸ਼੍ਰੀ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੇ ਨਾਲ ਹੋਏ ਨੁਕਸਾਨ ਦਾ ਦੁੱਖ ਹੈ, ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਮੇਰੀ ਹਮਦਰਦੀ। ਉਪ ਰਾਜਪਾਲ ਮਨੋਜ ਸਿਨਹਾ ਦੇ ਨਾਲ ਗੱਲ ਕਰਕੇ ਸਥਿਤੀ ਦੀ ਜਾਣਕਾਰੀ ਲਈ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਨੇ, ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਤਾਂ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਵੀ, ਅਮਿਤ ਸ਼ਾਹ ਹੋਰਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ। ਉਹ ਵੀ ਇਸ ਪੂਰੇ ਮਾਮਲੇ ਦੇ ਉੱਤੇ ਲਗਾਤਾਰ ਨਜ਼ਰ ਬਣਾਏ ਹੋਏ ਨੇ। ਉਹਨਾਂ ਨੇ ਵੀ ਟਵੀਟ ਕਰਕੇ ਲਿਖਿਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਵੀ ਟਵੀਟ ਕੀਤਾ ਹੈ। ਉਹਨਾਂ ਨੇ ਕਿ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਟਵੀਟ, ਉਹਨਾਂ ਨੇ ਲਿਖਿਆ ਹੈ, ਤਾਂ ਗ੍ਰਹਿ ਮੰਤਰੀ ਨੇ ਟਵੀਟ ਦੇ ਵਿੱਚ ਲਿਖਿਆ ਕਿ ਅਮਰਨਾਥ ਗੁਫਾ ਦੇ ਕੋਲ ਬੱਦਲ ਫਟਣ ਕਾਰਨ ਆਏ ਹੜ੍ਹ ਨੂੰ ਲੈ ਕੇ ਐਲਜੀ ਮਨੋਜ ਸਿਨਹਾ ਦੇ ਨਾਲ ਗੱਲ ਕਰਕੇ ਹਾਲਾਤ ਦੀ ਜਾਣਕਾਰੀ ਲਈ ਹੈ। ਐਨਡੀਆਰਐਫ, ਸੀਆਰਪੀਐਫ, ਬੀਐਸਐਫ ਅਤੇ ਸਥਾਨਕ ਪ੍ਰਸ਼ਾਸਨ ਰਾਹਤ ਕੰਮਾਂ ਦੇ ਵਿੱਚ ਲੱਗਿਆ ਹੋਇਆ ਹੈ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ। ਸ਼ਰਧਾਲੂਆਂ ਦੀ ਸਲਾਮਤੀ ਦੀ ਦੁਆ ਕਰਦੇ ਹਾਂ। ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਵੀ ਟਵੀਟ ਕੀਤਾ ਤੇ ਕਿਹਾ ਕਿ ਅਮਰਨਾਥ ਦੇ ਵਿੱਚ ਬੱਦਲ ਫਟਣ ਦੀ ਘਟਨਾ ਦੇ ਨਾਲ ਦੁਖੀ ਹਾਂ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਾਂ। ਰਾਹਤ ਕੰਮਾਂ ਦੇ ਵਿੱਚ ਲੱਗੀਆਂ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਰੈਸਕਿਊ ਕਰ ਰਹੀਆਂ ਨੇ।